नमस्कार दोस्तों, एक बारी फिर स्वागत है तुहाडा अपने यूट्यूब चैनल एग्जाम हेल्पर ए टू Z ਦੇ ਵਿੱਚ। ਅੱਜ ਅਸੀਂ ਅਧਿਆਪਕ ਭਰਤੀ ਅਤੇ ਪਾਤਰਤਾ ਪ੍ਰੀਖਿਆ 2011 ਦਾ ਪੇਪਰ ਹੱਲ ਕਰ ਰਹੇ ਹਾਂ। 2015 ਤੋਂ ਪਹਿਲਾਂ ਜਿੰਨੇ ਵੀ ਅਧਿਆਪਕ ਭਰਤੀ ਅਤੇ ਪਾਤਰਤਾ ਪ੍ਰੀਖਿਆ ਦੇ ਐਗਜ਼ਾਮ ਹੋਏ ਹੈ ਉਹਨਾਂ ਦੇ ਵਿੱਚ 30% ਜਿਹੜੇ ਪੁੱਛੇ ਜਾਂਦੇ ਹੈ ਇਹ ਪੰਜਾਬੀ ਗ੍ਰਾਮਰ ਤੋਂ ਸੰਬੰਧਿਤ ਹੀ ਪੁੱਛੇ ਗਏ ਹੈ, क्योंकि 2015 तो पहला पंजाबी भाषा दे विच सिखण विधियां नूं शामिल नहीं किया गया सी, इसलिए 30% जिहड़े है ये ग्रामर तो संबंधित ही पूछे गए है। तो शुरू करते हाँ अज दा पहला प्रश्न जिहड़ा अध्यापक भर्ती प्रीखिया 2011 दे विच पूछया गया सी। पहला प्रश्न है, विस्मिक दियां भावां अनुसार कितनियां किस्मां है? 9, 8, 7 ਜਾਂ 6। ਤਾਂ ਇਹਦਾ ਸਹੀ ਉੱਤਰ ਹੈ 9। ਵਿਸ਼ਮਿਕ ਦੀਆਂ 9 ਕਿਸਮਾਂ ਹਨ। ਦੂਜਾ ਹੈ, ਉਸ ਨੇ ਮੈਨੂੰ ਪਿਆਰ ਕੀਤਾ, ਮੈਂ ਉਸ ਨੂੰ ਕਿਤਾਬ ਦਿੱਤੀ। ਇਹ ਕਿਸ ਪ੍ਰਕਾਰ ਦਾ ਵਾਕ ਹੈ? ਉਸ ਨੇ ਮੈਨੂੰ ਪਿਆਰ ਕੀਤਾ, ਮੈਂ ਉਸ ਨੂੰ ਕਿਤਾਬ ਦਿੱਤੀ। ਇਹ ਕਿਸ ਪ੍ਰਕਾਰ ਦਾ ਵਾਕ ਹੈ? ਮਿਸ਼ਰਤ ਵਾਕ, ਸੰਯੁਕਤ ਵਾਕ, ਸਧਾਰਨ ਵਾਕ ਜਾਂ ਕੋਈ ਨਹੀਂ। ਤਾਂ ਇਹਦਾ ਸਹੀ ਉੱਤਰ ਹੈ ਸੰਯੁਕਤ ਵਾਕ। ਸੰਯੁਕਤ ਵਾਕ ਉਹਨੂੰ ਕਹਿੰਦੇ ਹੈ ਜਿਹਦੇ ਵਿੱਚ ਇੱਕ ਤੋਂ ਵੱਧ ਕਿਰਿਆ ਹੋਣ, ਇੱਕ ਤੋਂ ਵੱਧ ਕਿਰਿਆ ਹੋਣ ਅਤੇ ਦੋ ਜਾਂ ਦੋ ਤੋਂ ਵੱਧ ਸੁਤੰਤਰ ਵਾਕ ਜਾਂ ਉਪਵਾਕ ਹੋਣ, ਉਹਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਤਾਂ ਇਸ ਵਾਕ ਦੇ ਵਿੱਚ ਉਸ ਨੇ ਮੈਨੂੰ ਪਿਆਰ ਕੀਤਾ ਇਹ ਪਹਿਲਾ ਸੁਤੰਤਰ ਵਾਕ ਹੈ ਅਤੇ ਮੈਂ ਉਸ ਨੂੰ ਕਿਤਾਬ ਦਿੱਤੀ ਇਹ ਦੂਜਾ ਸੁਤੰਤਰ ਉਪਵਾਕ ਹੈ। ਅਤੇ ਇਹਨਾਂ ਦੇ ਵਿੱਚ ਪਿਆਰ ਕੀਤਾ ਪਹਿਲੀ ਕਿਰਿਆ ਅਤੇ ਕਿਤਾਬ ਦਿੱਤੀ ਦੂਜੀ ਕਿਰਿਆ, ਦੋ ਕਿਰਿਆ ਵੀ ਹੈ ਅਤੇ ਦੋ ਸੁਤੰਤਰ ਵਾਕ ਵੀ ਹੈ, ਇਸ ਲਈ ਇਹਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਤਾਂ ਇਹਦਾ ਸਹੀ ਉੱਤਰ ਹੈ ਸੰਯੁਕਤ ਵਾਕ। ਤੀਜਾ ਹੈ, ਕਿਤਾਬਾਂ ਕਿੱਥੋਂ ਮਿਲਦੀਆਂ ਹਨ? ਇਹ ਕਿਸ ਪ੍ਰਕਾਰ ਦਾ ਵਾਕ ਹੈ? ਵਿਸਮੇਵਾਚਕ, ਪ੍ਰਸ਼ਨਵਾਚਕ, ਹਾਂ ਵਾਚਕ ਜਾਂ ਸਧਾਰਨ। ਕਿਤਾਬਾਂ ਕਿੱਥੋਂ ਮਿਲਦੀਆਂ ਹਨ ਇਹ ਪ੍ਰਸ਼ਨਵਾਚਕ ਵਾਕ ਹੈ ਅਤੇ ਇਹਦੇ ਨਾਲ ਪ੍ਰਸ਼ਨਵਾਚਕ ਚਿੰਨ੍ਹ ਵੀ ਲੱਗਿਆ ਹੋਇਆ ਹੈ। ਨੀ ਕੁੜੀਏ ਤੂੰ ਕੀ ਕਰਦੀ ਹੈ? ਇਹ ਕਿਸ ਕਿਸਮ ਦਾ ਵਾਕ ਹੈ? ਨੀ ਕੁੜੀਏ ਤੂੰ ਕੀ ਕਰਦੀ ਹੈ ਇਹ ਕਿਸ ਕਿਸਮ ਦਾ ਵਾਕ ਹੈ? ਹੈਰਾਨੀਵਾਚਕ ਵਿਸਮਿਕ, ਸੰਬੋਧਨੀ ਵਿਸਮਿਕ, ਸ਼ੋਕਵਾਚਕ ਵਿਸਮਿਕ ਅਤੇ ਪ੍ਰਸ਼ੰਸਾਵਾਚਕ ਵਿਸਮਿਕ। ਤਾਂ ਇਹਦਾ ਸਹੀ ਉੱਤਰ ਹੈ ਸੰਬੋਧਨੀ ਵਿਸਮਿਕ। ਜਦੋਂ ਸੰਬੋਧਨ ਕਰਨ ਸਮੇਂ ਜਿਨ੍ਹਾਂ ਵਾਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਹਨਾਂ ਨੂੰ ਸੰਬੋਧਨੀ ਵਿਸਮਿਕ ਕਿਹਾ ਜਾਂਦਾ ਹੈ, ਜਿਵੇਂ ਕਿ ਨੀ ਕੁੜੀਏ ਇਹ ਇੱਕ ਸੰਬੋਧਨੀ ਵਿਸਮਿਕ ਹੈ। ਅੱਗੇ ਹੈ, ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ? ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ? ਵਿਸਮਿਕ, ਪ੍ਰਸ਼ਨ ਚਿੰਨ੍ਹ, ਡੰਡੀ ਜਾਂ ਬਿੰਦੀ। ਤਾਂ ਇਹਦਾ ਸਹੀ ਉੱਤਰ ਹੈ ਪ੍ਰਸ਼ਨ ਚਿੰਨ੍ਹ। ਇਹਦੇ ਵਿੱਚ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਇਸ ਦੇ ਨਾਲ ਪ੍ਰਸ਼ਨ ਚਿੰਨ੍ਹ ਵੀ ਲੱਗਿਆ ਹੋਇਆ ਹੈ, ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਸ ਵਾਕ ਦੇ ਵਿੱਚ ਪ੍ਰਸ਼ਨ ਚਿੰਨ੍ਹ ਵਰਤਿਆ ਗਿਆ ਹੈ। ਅੱਗੇ ਹੈ, ਉਹ ਅੱਖਰ ਜਿਹੜਾ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਅਰਥਭਾਵੀ ਸ਼ਬਦ ਬਣਾਉਂਦਾ ਹੈ। ਉਹ ਅੱਖਰ ਜਿਹੜਾ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਅਰਥਭਾਵੀ ਸ਼ਬਦ ਬਣਾਉਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਸ਼ਬਦਬੋਧ, ਅਗੇਤਰ, ਪਿਛੇਤਰ ਜਾਂ ਕੋਈ ਨਹੀਂ। ਤਾਂ ਸਾਨੂੰ ਪਤਾ ਹੈ ਕਿ ਜਿਹੜਾ ਸ਼ਬਦ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਵਾਂ ਅਰਥਭਾਵੀ ਸ਼ਬਦ ਬਣਾਵੇ ਉਸ ਨੂੰ ਅਗੇਤਰ ਕਿਹਾ ਜਾਂਦਾ ਹੈ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਨਾਲ ਪਿਛੇਤਰ ਨਹੀਂ ਲੱਗਿਆ ਹੋਇਆ ਹੈ? ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਨਾਲ ਪਿਛੇਤਰ ਨਹੀਂ ਲੱਗਿਆ ਹੋਇਆ ਹੈ? ਆਗਿਆਕਾਰ, ਕਲਾਕਾਰ, ਚਿੱਤਰਕਾਰ ਜਾਂ ਪ੍ਰਕਾਰ। ਤਾਂ ਇਹਦਾ ਸਹੀ ਉੱਤਰ ਹੈ ਪ੍ਰਕਾਰ। ਪ੍ਰਕਾਰ ਦੇ ਨਾਲ ਪਿਛੇਤਰ ਦੀ ਵਰਤੋਂ ਨਹੀਂ ਕੀਤੀ ਗਈ ਹੈ। ਆਗਿਆਕਾਰ ਦੇ ਵਿੱਚ ਕਾਰ, ਕਲਾਕਾਰ ਵਿੱਚ ਕਾਰ ਅਤੇ ਚਿੱਤਰਕਾਰ ਦੇ ਵਿੱਚ ਕਾਰ ਇਹ ਪਿਛੇਤਰ ਹੈ। ਕਾਰ ਪਿਛੇਤਰ ਦੀ ਵਰਤੋਂ ਕੀਤੀ ਗਈ ਹੈ ਅਤੇ
ਜਦੋਂ ਅਸੀਂ ਇਹਨਾਂ ਵਾਕਾਂ ਦੇ ਵਿੱਚੋਂ ਕਾਰ ਪਿਛੇਤਰ ਨੂੰ ਅੱਡ ਕਰਦੇ ਹਾਂ ਤਾਂ ਆਗਿਆ, ਕਲਾ ਅਤੇ ਚਿੱਤਰ ਇਹ ਸਾਰਥਕ ਅਰਥ ਸਾਰਥਕ ਸ਼ਬਦ ਬਚਦੇ ਹੈ। ਇਸ ਲਈ ਪ੍ਰਕਾਰ ਦੇ ਵਿੱਚੋਂ ਜਦੋਂ ਅਸੀਂ ਕਾਰ ਨੂੰ ਅੱਡ ਕਰਦੇ ਹਾਂ ਤਾਂ ਪਰ ਸ਼ਬਦ ਬਚਦਾ ਹੈ ਜੋ ਇੱਕ ਸਾਰਥਕ ਸ਼ਬਦ ਨਹੀਂ ਹੈ। ਇਸ ਲਈ ਪ੍ਰਕਾਰ ਦੇ ਵਿੱਚ ਪਿਛੇਤਰ ਦੀ ਵਰਤੋਂ ਨਹੀਂ ਕੀਤੀ ਗਈ ਹੈ। ਅੱਗੇ ਹੈ ਉਹ ਟਾਕਰਾਂ ਜਿਸ ਵਿੱਚ ਬਹੁਤੀਆਂ ਦਾ ਘਾਣ ਹੋ ਜਾਵੇ। ਉਹ ਟਾਕਰਾਂ ਜਿਸ ਵਿੱਚ ਬਹੁਤੀਆਂ ਦਾ ਘਾਣ ਹੋ ਜਾਵੇ ਨੂੰ ਕੀ ਕਿਹਾ ਜਾਂਦਾ ਹੈ? ਪਹਿਲਾ ਹੈ ਬੋਲ ਬੁਲਾਰੀ, ਦੂਜਾ ਗਦਾਰੀ, ਤੀਜਾ ਘੜੂਘਾਰਾ ਅਤੇ ਚੌਥਾ ਹੈ ਨਿੱਕੀ ਮੋਟੀ ਲੜਾਈ। ਤਾਂ ਇਹਦਾ ਸਹੀ ਉੱਤਰ ਹੈ ਘੜੂਘਾਰਾ। ਜਦੋਂ ਬਹੁਤਿਆਂ ਬੰਦਿਆਂ ਦਾ ਘਾਣ ਹੋ ਜਾਵੇ ਤਾਂ ਉਸ ਨੂੰ ਘੜੂਘਾਰਾ ਕਿਹਾ ਜਾਂਦਾ ਹੈ। ਬੋਲ ਬੁਲਾਰੀ ਜਿਵੇਂ ਕਿ ਇੱਕ ਦੋ ਬੰਦੇ ਆਪਸ ਦੇ ਵਿੱਚ ਬੋਲਚਾਲ ਕਰਦੇ ਹੈ ਤਾਂ ਉਹਨੂੰ ਬੋਲ ਬੁਲਾਰੀ ਕਹਿੰਦੇ ਹੈ। ਗਦਾਰੀ ਜਿਵੇਂ ਕਿ ਧੋਖਾ ਦੇਣਾ, ਜਿਵੇਂ ਅਸੀਂ ਕਹਿੰਦੇ ਹਾਂ ਉਹ ਸਾਡਾ ਉਹ ਮਿੱਤਰ ਗਦਾਰੀ ਕਰ ਗਿਆ, ਤਾਂ ਗਦਾਰੀ ਕੀ ਹੈ? ਧੋਖਾ ਦੇਣਾ। ਘੜੂਘਾਰਾ ਜਦੋਂ ਉਹ ਟਾਕਰਾਂ ਜਿਸ ਵਿੱਚ ਬਹੁਤੀਆਂ ਦਾ ਘਾਣ ਹੋ ਜਾਵੇ, ਅਤੇ ਨਿੱਕੀ ਮੋਟੀ ਲੜਾਈ ਜਦੋਂ ਇੱਕ ਦੋ ਬੰਦੇ ਆਪਸ ਵਿੱਚ ਬੋਲਦੇ ਹੈ ਅਤੇ ਛੋਟਾ ਵੱਡਾ ਝਗੜਾ ਕਰਦੇ ਹੈ ਤਾਂ ਉਹਨੂੰ ਨਿੱਕੀ ਮੋਟੀ ਲੜਾਈ ਕਹਿੰਦੇ ਹੈ। ਅੱਗੇ ਹੈ ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ਬਦ ਬਹੁਅਰਥੀ ਹੈ? ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ਬਦ ਬਹੁਅਰਥੀ ਹੈ? ਪਹਿਲਾ ਵਾਕ ਹੈ ਉਹ ਵੇਲ ਤੋਰੀਆਂ ਦੀ ਹੈ ਅਤੇ ਦੂਜਾ ਵਾਕ ਹੈ ਮਨਜੀਤ ਰੋਟੀ ਵੇਲ ਰਹੀ ਹੈ। ਪਹਿਲਾ ਵਾਕ ਇਹ ਵੇਲ ਤੋਰੀਆਂ ਦੀ ਹੈ, ਦੂਜਾ ਹੈ ਮਨਜੀਤ ਰੋਟੀ ਵੇਲ ਰਹੀ ਹੈ। ਪਹਿਲਾ ਹੈ ਇਹ, ਦੂਜਾ ਵੇਲ, ਤੀਜਾ ਰੋਟੀ ਅਤੇ ਚੌਥਾ ਹੈ। ਤਾਂ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਕਿਹੜਾ ਸ਼ਬਦ ਹੈ ਇਹਨਾਂ ਦੇ ਵਿੱਚ ਜਿਹਦਾ ਇੱਕ ਤੋਂ ਵੱਧ ਅਰਥ ਹੈ। ਤਾਂ ਇਹਦਾ ਸਹੀ ਉੱਤਰ ਹੈ ਵੇਲ। ਇੱਥੇ ਵੇਲ ਸ਼ਬਦ ਜਿਹੜਾ ਆਇਆ ਹੈ ਇਹ ਤੋਰੀਆਂ ਦੀ ਵੇਲ ਦੇ ਲਈ ਆਇਆ ਹੈ ਅਤੇ ਦੂਜੇ ਵਾਕ ਦੇ ਵਿੱਚ ਵੇਲ ਸ਼ਬਦ ਜਿਹੜਾ ਹੈ ਇਹ ਰੋਟੀ ਵੇਲਣ ਵਾਸਤੇ ਆਇਆ ਹੈ। ਤਾਂ ਵੇਲ ਸ਼ਬਦ ਜਿਹੜਾ ਹੈ ਇਹਦਾ ਇੱਕ ਤੋਂ ਵੱਧ ਅਰਥ ਹੈ, ਜਾਂ ਮੈਂ ਕਹਾਂ ਕਿ ਇਹਦੇ ਦੋ ਅਰਥ ਨਿਕਲ ਰਹੇ ਹੈ, ਇਸ ਲਈ ਇਹਨੂੰ ਬਹੁਅਰਥੀ ਕਿਹਾ ਜਾਂਦਾ ਹੈ। ਅੱਗੇ ਹੈ ਹੇਠ ਲਿਖਿਆਂ ਵਿੱਚੋਂ ਇਕਰਾਰ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਇਕਰਾਰ ਦਾ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ? ਕੋਲ, ਵਚਨ, ਪੜ੍ਹਨ ਜਾਂ ਕਰਨਾ। ਤਾਂ ਇਹਦਾ ਸਹੀ ਉੱਤਰ ਹੈ ਕਰਨਾ। ਕੋਲ, ਵਚਨ ਅਤੇ ਪੜ੍ਹਨ ਇਹ ਇਕਰਾਰ ਦੇ ਸਮਾਨਾਰਥਕ ਸ਼ਬਦ ਹੈ। ਜਿਵੇਂ ਕਿ ਅਸੀਂ ਕਹਿੰਦੇ ਹਾਂ ਅਸੀਂ ਉਹਦੇ ਨਾਲ ਕੋਲ ਕਰਾਰ ਕਰ ਲਿਆ, ਕੋਲ ਕਰਾਰ ਕਰ ਲਿਆ। ਵਚਨ ਜਿਵੇਂ ਅਸੀਂ ਮੈਂ ਕਹਾਂ ਕਿ ਵਾਅਦਾ ਕਰਨਾ ਜਾਂ ਇਕਰਾਰ ਕਰਨਾ ਜਾਂ ਕੋਲ ਕਰਾਰ ਕਰਨਾ। ਅਸੀਂ ਜਿਵੇਂ ਮੈਂ ਕਹਾਂ ਕਿ ਮੈਂ ਵਾਅਦਾ ਕਰਦਾ ਹਾਂ ਕਿ ਇਹ ਕੰਮ ਮੈਂ ਕਰ ਦੇਵਾਂਗਾ, ਜਾਂ ਮੈਂ ਵਚਨ ਦਿੰਦਾ ਹਾਂ ਕਿ ਮੈਂ ਅੱਜ ਤੋਂ ਖੂਬ ਪੜ੍ਹਾਂਗਾ, ਜਾਂ ਮੈਂ ਪੜ੍ਹਨ ਲੈਂਦਾ ਹਾਂ ਕਿ ਮੈਂ ਜਦੋਂ ਤੱਕ ਪ੍ਰੀਖਿਆ ਦੇ ਵਿੱਚ ਪਾਸ ਨਹੀਂ ਹੁੰਦਾ ਉਦੋਂ ਤੱਕ ਮੈਂ ਖੂਬ ਪੜ੍ਹਾਂਗਾ। ਤਾਂ ਪੜ੍ਹਨ, ਵਚਨ, ਕੋਲ ਕਰਾਰ ਇਹ ਸ਼ਬਦ ਜਿਹੜੇ ਹੈ ਇਹ ਇਕਰਾਰ ਦੇ ਸਮਾਨਾਰਥਕ ਸ਼ਬਦ ਹੈ, ਪਰ ਕਰਨਾ ਸ਼ਬਦ ਜਿਹੜਾ ਹੈ ਇਹ ਇਕਰਾਰ ਦਾ ਸਮਾਨਾਰਥਕ ਸ਼ਬਦ ਨਹੀਂ ਹੈ। ਅੱਗੇ ਹੈ ਕੱਕਾ, ਖੱਖਾ, ਗੱਗਾ, ਘੱਗਾ, ਨੈਣਾ ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਕਿਹਾ ਜਾਂਦਾ ਹੈ? ਮੁੱਖ ਟੋਲੀ, ਅੰਤਮ ਟੋਲੀ, ਕੈ ਵਰਗ ਟੋਲੀ ਜਾਂ ਨਵੀਨ ਟੋਲੀ। ਤਾਂ ਇਹਦਾ ਸਹੀ ਉੱਤਰ ਹੈ ਕੈ ਵਰਗ ਟੋਲੀ। ਮੁੱਖ ਟੋਲੀ ਦੇ ਵਿੱਚ ਊੜਾ, ਆੜਾ, ਈੜੀ, ਸੱਸਾ, ਹਾਹਾ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਅੰਤਮ ਟੋਲੀ ਦੇ ਵਿੱਚ ਯਈਆ, ਰੱਰਾ, ਲੱਲਾ, ਵੱਵਾ ਅਤੇ ਡਾੜਾ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਅਤੇ ਨਵੀਨ ਟੋਲੀ ਦੇ ਵਿੱਚ ਪੇਰ ਬਿੰਦੀ ਵਾਲੇ ਅੱਖਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਜਿਵੇਂ ਕਿ ਸੱਸੇ ਪੇਰ ਬਿੰਦੀ, ਖੱਖੇ ਪੇਰ ਬਿੰਦੀ, ਗੱਗੇ ਪੇਰ ਬਿੰਦੀ, ਜੱਜੇ ਪੇਰ ਬਿੰਦੀ, ਲੱਲੇ ਪੇਰ ਬਿੰਦੀ। ਇਹਨਾਂ ਪੇਰ ਬਿੰਦੀ ਵਾਲੇ ਅੱਖਰਾਂ ਨੂੰ ਨਵੀਨ ਟੋਲੀ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਅੱਗੇ ਹੈ ਪੰਜਾਬੀ ਭਾਸ਼ਾ ਵਿੱਚ ਐੜਾ ਕੀ ਹੈ? ਪੰਜਾਬੀ ਭਾਸ਼ਾ ਵਿੱਚ ਐੜਾ ਕੀ ਹੈ? ਵਿਅੰਜਨ, ਸਵਰ, ਅਖੰਡੀ ਜਾਂ ਕੁਝ ਨਹੀਂ। ਤਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਊੜਾ, ਆੜਾ ਅਤੇ ਈੜੀ ਇਹ ਤਿੰਨ ਪੰਜਾਬੀ ਵਰਣਮਾਲਾ ਦੇ ਵਿੱਚ ਇਹ ਤਿੰਨ ਅੱਖਰ ਜਿਹੜੇ ਹੈ ਇਹ
ਸਵਰਵਾਹਕ ਹੈ। ਇਸ ਲਈ ਐੜਾ ਜਿਹੜਾ ਹੈ ਇਹ ਸਵਰ ਹੈ ਅਤੇ ਊੜਾ ਆੜਾ ਈੜੀ ਦੇ ਨਾਲ 10 ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਲਗਾ ਮਾਤਰਾਵਾਂ ਵੀ ਕਹਿੰਦੇ ਹਾਂ ਅਤੇ ਇਹਨਾਂ ਤਿੰਨਾਂ ਸਵਰਵਾਹਕਾਂ ਦੇ ਨਾਲ ਹੀ 10 ਲਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਦੁੱਤ ਅੱਖਰ ਨਹੀਂ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਦੁੱਤ ਅੱਖਰ ਨਹੀਂ ਹੈ। ਸੱਸਾ, ਵੱਵਾ, ਹਹਾ ਅਤੇ ਰੱਰਾ। ਤਾਂ ਇਹਦਾ ਸਹੀ ਉੱਤਰ ਹੈ ਸੱਸਾ। ਇਹ ਅਸੀਂ ਪੜ੍ਹ ਵੀ ਚੁੱਕੇ ਹਾਂ ਕਿ ਪੰਜਾਬੀ ਵਰਣਮਾਲਾ ਦੇ ਵਿੱਚ 3 ਦੁੱਤ ਅੱਖਰ ਹੈ, ਹਹਾ, ਰੱਰਾ ਅਤੇ ਵੱਵਾ। ਇਹ ਦੁੱਤ ਅੱਖਰ ਕਿਸੇ ਵੀ ਅੱਖਰ ਦੇ ਪੈਰੀ ਲੱਗਦੇ ਹੈ ਅਤੇ 2 ਅੱਖਰ ਮਿਲ ਕੇ ਇੱਕ ਆਵਾਜ਼ ਪੈਦਾ ਕਰਦੇ ਹੈ, ਇਸ ਲਈ ਇਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਤਾਂ ਸੱਸਾ ਜਿਹੜਾ ਹੈ ਇਹ ਦੁੱਤ ਅੱਖਰ ਨਹੀਂ ਹੈ। ਅੱਗੇ ਹੈ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। 10, 8, 6 ਜਾਂ 4। ਤਾਂ ਇਹਦਾ ਸਹੀ ਉੱਤਰ ਹੈ 6। ਅਸੀਂ ਪੜ੍ਹ ਚੁੱਕੇ ਹਾਂ 2, 4, 7, 8, 9 ਅਤੇ 10। ਇਹ 6 ਲਗਾਂ ਜਿਹੜੀਆਂ ਹੈ ਇਹਨਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। 2 ਤੇ ਕੰਨਾ, 4 ਤੇ ਬਿਹਾਰੀ, 7 ਤੇ ਲਾਂ, 8 ਤੇ ਦੁਲਾਵਾਂ, 9 ਤੇ ਹੋੜਾ ਅਤੇ 10 ਤੇ ਕਨੋੜਾ। ਤਾਂ ਪੰਜਾਬੀ ਭਾਸ਼ਾ ਵਿੱਚ 6 ਲਗਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਅੱਗੇ ਹੈ ਜਿਸ ਇਕਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ। ਜਿਸ ਇਕਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦਾ ਬਹੁਵਚਨ ਬਣਾਉਣ ਸਮੇਂ ਕਿਹੜੀ ਲਗ ਲੱਗਦੀ ਹੈ। ਲਾਂ, ਬਿਹਾਰੀ, ਸਿਹਾਰੀ ਜਾਂ ਕੰਨੇ ਉੱਤੇ ਬਿੰਦੀ। ਤਾਂ ਇਹਦਾ ਸਹੀ ਉੱਤਰ ਹੈ ਲਾਂ। ਕਿਸੇ ਇਕਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਉਸ ਦਾ ਬਹੁਵਚਨ ਬਣਾਉਣ ਸਮੇਂ ਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਦੇ ਨਾਲ ਲਾਂ ਲਗ ਲੱਗਦੀ ਹੈ। ਅੱਗੇ ਹੈ ਬੋਲਚਾਲ ਦੀ ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਬੋਲਚਾਲ ਦੀ ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾ ਹੈ ਛੁੱਟ ਮਰੋੜੀ, ਦੂਜਾ ਜੋੜਨੀ, ਤੀਜਾ ਦੁਬਿੰਦੀ ਅਤੇ ਚੌਥਾ ਹੈ ਡੰਡੀ। ਤਾਂ ਇਹਦਾ ਸਹੀ ਉੱਤਰ ਹੈ ਛੁੱਟ ਮਰੋੜੀ। ਜਦੋਂ ਬੋਲਚਾਲ ਦੀ ਭਾਸ਼ਾ ਲਿਖਣ ਵੇਲੇ ਕੋਈ ਅੱਖਰ ਛੁੱਟ ਜਾਵੇ ਤਾਂ ਛੁੱਟ ਮਰੋੜੀ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਜਦੋਂ ਕੋਈ ਨਾ ਨੁਕਰ ਜਿਹੀ ਕਰਨ ਉਪਰੰਤ ਕੰਮ ਕਰ ਦੇਵੇ। ਜਦੋਂ ਕੋਈ ਨਾ ਨੁਕਰ ਜਿਹੀ ਕਰਨ ਉਪਰੰਤ ਕੰਮ ਕਰ ਦੇਵੇ ਤਾਂ ਉਸ ਵੇਲੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ। ਪਹਿਲਾ ਹੈ ਬਗਲ ਵਿੱਚ ਛੁਰੀ, ਮੂੰਹ ਵਿੱਚ ਰਾਮ ਰਾਮ। ਦੂਜਾ ਹੈ ਮੱਖੀ ਨਾਲੋਂ ਸੁੰਮ ਚੰਗਾ, ਜਿਹੜਾ ਤੁਰੰਤ ਦੇਵੇ ਜਵਾਬ। ਤੀਜਾ ਹੈ ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ ਅਤੇ ਚੌਥਾ ਹੈ ਬੁੱਕੀ ਬੜੇ ਪਕਾਉਣਾ। ਤਾਂ ਇਹਦਾ ਸਹੀ ਉੱਤਰ ਹੈ ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ। ਜਦੋਂ ਕੋਈ ਬੰਦਾ ਨਾ ਨੁਕਰ ਜਿਹੀ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਵੇਖਦਾ ਹਾਂ ਇਹ ਕੰਮ, ਟਾਈਮ ਮਿਲਿਆ ਤਾਂ ਮੈਂ ਇਹ ਕੰਮ ਕਰ ਦੇਵਾਂਗਾ, ਤਾਂ ਨਾ ਨੁਕਰ ਜਿਹੀ ਕਰੇ ਪਰ ਫਿਰ ਕੰਮ ਕਰ ਦੇਵੇ ਤਾਂ ਅਸੀਂ ਕਹਿੰਦੇ ਹਾਂ ਕਿ ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ। ਅੱਗੇ ਹੈ ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਪਰ ਉਸ ਦਾ ਨੁਕਸਾਨ ਹੋਵੇ। ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਪਰ ਉਸ ਦਾ ਨੁਕਸਾਨ ਹੋਵੇ ਤਾਂ ਇਸ ਸਥਿਤੀ ਵਿੱਚ ਕਿਹੜਾ ਅਖਾਣ ਢੁਕਵਾਂ ਹੋਵੇਗਾ। ਪਹਿਲਾ ਹੈ ਉੱਚਾ ਲੰਬਾ ਗੱਭਰੂ ਪੱਲੇ ਠਿਕਰੀਆਂ। ਦੂਜਾ ਹੈ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਅੱਗੇ ਹੈ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਚੌਥਾ ਹੈ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ। ਤਾਂ ਇਹਦਾ ਸਹੀ ਉੱਤਰ ਹੈ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਜਾਂ ਕਹੀਏ ਕਿ ਉਹ ਫਿਰੇ ਨੱਥ ਕਢਾਉਣ ਨੂੰ ਅਤੇ ਉਸ ਦਾ ਨੁਕਸਾਨ ਹੋ ਜਾਵੇ ਤਾਂ ਉਹ ਫਿਰੇ ਨੱਕ ਵਢਾਉਣ ਨੂੰ। ਅੱਗੇ ਹੈ
उठ दे मूँह विच जीरा मुहावरे लई किहड़ा अर्थ ढुकवां है। उठ दे मूँह विच जीरा मुहावरे लई किहड़ा अर्थ ढुकवां है। पहला है किसे नूं रज के खाण लई देना, दूजा किसे नूं खाण लई देना, तीजा है किसे बहुता खाण वाले नूं थोड़ा देना अते चौथा है किसे थोड़ा खाण वाले नूं बहुता देना। तां इहदा सही उत्तर है तीजा, किसे बहुते खाण वाले नूं थोड़ा देना जां उठ दे मूँह विच जीरा। अगे है अड्डी ना लगनी मुहावरे लई किहड़ा अर्थ ढुकवां है। अड्डी ना लगनी मुहावरे लई किहड़ा अर्थ ढुकवां है। पहला है कट नचना, दूजा बहुत खुश होना, तीजा अड्डी विच दर्द होना अते चौथा है पैर दा दुखना। तां इहदा सही उत्तर है बहुत खुश होना। अड्डी ना लगना ही इहदा सही उत्तर है बहुत खुश होना। अगे है आम शब्द दा हेठ लिखियां विचों विरोधी शब्द किहड़ा है। आम शब्द दा हेठ लिखियां विचों विरोधी शब्द किहड़ा है। विशेष, खास, कोई भी जां हर कोई। तां इहदा सही उत्तर है खास। आम शब्द दा विरोधी शब्द खास है। आथण दा समानार्थक शब्द किहड़ा नहीं है। आथण दा समानार्थक शब्द किहड़ा नहीं है। शाम, संझ जां त्रिकाला जां हनेरा। तां इहदा सही उत्तर है हनेरा। हनेरा जिहड़ा शब्द है ये आथण दा समानार्थक शब्द नहीं है। आथण दे समानार्थक शब्दां विच शाम, संझ, त्रिकाला शामिल है। हनेरा जिहड़ा है ये रात दा समानार्थक शब्द है। अगे है मोर भारत दा कौमी पंछी है। मोर भारत दा कौमी पंछी है। इस वाक विच मोर शब्द किहड़ा नाम है। पहला है निजवाचक, दूजा आम नाम, तीजा है समूहवाचक अते चौथा है पदार्थवाचक। तां इहदा सही उत्तर है आम नाम। मोर शब्द जिहड़ा है ये आम नाम दा उदाहरण है। अगे है हैरानी, खुशी आदि नूं दर्शाउण लई किस चिन्ह की वरतों की जाती है। हैरानी, खुशी आदि नूं दर्शाउण लई किस चिन्ह की वरतों की जाती है। पहला है विस्मिक, दूजा है दुबिंदी, तीजा है कोमा अते चौथा है प्रश्न चिन्ह। तां इहदा सही उत्तर है विस्मिक। हैरानी, खुशी आदि नूं दर्शाउण लई विस्मिक की वरतों की जाती है। अगे है ਜਿਹੜੇ शब्द किसे वाक विच आवे, ਜਿਹੜੇ शब्द किसे वाक विच आए शब्दां नूं दूजे शब्दां नाल जोड़े उन्हां नूं की कहा जाता है। ਜਿਹੜੇ शब्द किसे वाक विच आए शब्दां नूं दूजे शब्दां नाल जोड़े उस नूं की कहा जाता है। क्रिया विशेषण, दूजा है संबंधक, तीजा है विशेषण अते चौथा है पड़नाम। तां इहदा सही उत्तर है दूजा संबंधक। ਜਿਹੜੇ शब्द किसे वाक विच आए शब्दां नूं दूजे शब्दां नाल जोड़न दा काम करे उन्हां नूं संबंधक कहा जाता है। अगे है ਜਿਹੜੇ शब्द किसे जीव जंतु स्थान जां वस्तु लई वरतिया जावे उस नूं की कहा जाता है। ਜਿਹੜੇ शब्द किसे जीव जंतु स्थान जां वस्तु लई वरतिया जावे उस नूं की कहा जाता है। पहला है नाम, दूजा है पड़नाम, तीजा विशेषण अते चौथा है क्रिया। तां इहदा सही उत्तर है नाम। असीं पढ़िया सी किसी व्यक्ति, वस्तु, स्थान, जीव, भाव आदि दे नाम नूं प्रगट करन वाले शब्दां नूं ही नाम कहा जाता है अते ਉਹ शब्द ਜਿਹੜੇ नाम की थां ते वरतिया जावे ਉਹਨੂੰ पड़नाम कहा जाता है अते नाम अते पड़नाम शब्दां की विशेषता प्रकट करने वाले शब्दां नूं ही विशेषण कहा जाता है अते किसी काम दे करन जां होण लई वरते गए शब्दां नूं क्रिया कहा जाता है। किसी काम दा होना ही की है क्रिया। अगे है ਉਹ शब्द ਜਿਹੜਾ नाम जां पड़नाम दे किसी गुण अवगुण नूं दसदे हन
ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਉਹਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜਾ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਜਾਂ ਉਹਦੇ ਗੁਣ ਜਾਂ ਔਗੁਣ ਨੂੰ ਦੱਸੇ ਉਹਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਅੱਗੇ ਹੈ ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 6, 5, 4 ਜਾਂ 3। ਤਾਂ ਇਹਦਾ ਸਹੀ ਉੱਤਰ ਹੈ 6। ਪੜਨਾਮ ਜਿਹੜੇ ਹੈ ਉਹ 6 ਪ੍ਰਕਾਰ ਦੇ ਹੈ। ਅੱਗੇ ਹੈ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਤਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਕਿਰਿਆ ਵਿਸ਼ੇਸ਼ਣ ਜਿਹੜੇ ਹੈ ਇਹ 8 ਪ੍ਰਕਾਰ ਦੇ ਹੈ। ਇਹਦਾ ਸਹੀ ਉੱਤਰ ਹੈ 8। ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਯੋਜਕ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਯੋਜਕ ਨਹੀਂ ਹੈ? ਪਹਿਲਾ ਹੈ ਕੀ, ਦੂਜਾ ਹੈ, ਤੀਜਾ ਕਿਉਂਕਿ ਅਤੇ ਚੌਥਾ ਹੈ ਫਿਰ ਵੀ। ਤਾਂ ਇਹਦਾ ਸਹੀ ਉੱਤਰ ਹੈ। ਹੈ ਜਿਹੜਾ ਹੈ ਇਹ ਯੋਜਕ ਸ਼ਬਦ ਨਹੀਂ ਹੈ। ਇਹ ਇੱਕ ਸਹਾਇਕ ਕਿਰਿਆ ਦੇ ਰੂਪ ਵਿੱਚ ਅਸੀਂ ਕਿਰਿਆ ਟੌਪਿਕ ਦੇ ਵਿੱਚ ਪੜ੍ਹਿਆ ਸੀ ਕਿ ਜਿਵੇਂ ਰਾਮ ਪੜ੍ਹਦਾ ਹੈ, ਰਾਮ ਪੜ੍ਹਦਾ ਹੈ। ਤਾਂ ਰਾਮ ਕੀ ਹੈ? ਕਰਤਾ। ਪੜ੍ਹਨਾ ਕੀ ਹੈ? ਕਿਰਿਆ। ਹੈ ਕੀ ਹੈ? ਇੱਕ ਸਹਾਇਕ ਕਿਰਿਆ ਹੈ। ਜਿਹੜੀ ਕਿਰਿਆ ਦੇ ਬਾਅਦ ਦੇ ਵਿੱਚ ਆਉਂਦੀ ਹੈ ਉਹਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਹੈ ਸ਼ਬਦ ਜਿਹੜਾ ਹੈ ਇਹ ਯੋਜਕ ਨਹੀਂ ਹੈ। ਤਾਂ ਇਹ ਸੀ ਸਾਡਾ ਅੱਜ ਦਾ ਜਿਹੜਾ 2011 ਅਧਿਆਪਕ ਭਰਤੀ ਪ੍ਰੀਖਿਆ 2011 ਦਾ ਅੱਜ ਦਾ ਪੇਪਰ, ਜਿਹਦੇ 30% ਗ੍ਰਾਮਰ ਤੋਂ ਸੰਬੰਧਿਤ ਅਸੀਂ ਹੱਲ ਕਰ ਚੁੱਕੇ ਹਾਂ। ਇਹ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਸਬਸਕ੍ਰਾਈਬ ਕਰੋ। ਧੰਨਵਾਦ।